ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕਰ ਊਚ ਭਗਵਾਨਾ। ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾਂ ਤੇਰੀ ਬਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾਂ ਤੇਰੀ ਬਾਣੀ। ਕੋਟ ਬ੍ਰਹਮੰਡਾਂ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ, ਭਗਤ ਵੈਸ਼ਲ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦਤਾ ਦੇ ਅੰਦਰ ਇਕੱਤਰਤਾ ਹੋਈ ਗੁਰੂ ਪਿਆਰੇ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਆਪਣੀਆਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਗਾਓ। ਫਤਿਹ ਸਾਂਝੀ ਕਰੋ ਅਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਅੱਜ ਦੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਭਗਤਾਂ ਦੇ ਜੀਵਨ ਵਿੱਚੋਂ ਭਗਤ ਮਾਲਾ ਦੇ ਗ੍ਰੰਥ ਦੇ ਅਨੁਸਾਰ ਭਗਤਾਂ ਦਾ ਜੀਵਨ ਕੁਝ ਵਰਣਨ ਕਰਨ ਲੱਗੇ ਹਾਂ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਸੰਗਤਾਂ ਨੇ ਗੁਰਬਾਣੀ ਵਿਚਾਰ ਤੇ ਭਗਤਾਂ ਦਾ ਜੀਵਨ ਸਰਵਣ ਕਰਨਾ ਹੈ। ਜਦੋਂ ਭਗਤ ਮਾਲਾ ਵਿੱਚ ਵੇਖੀਏ ਭਗਤਾਂ ਦਾ ਜੀਵਨ, ਤਾਂ ਉਹਨਾਂ ਨੇ ਕਿਸੇ ਵੀ ਸਰੀਰਕ ਦੁੱਖ ਨੂੰ ਦੁੱਖ ਨਹੀਂ ਮੰਨਿਆ, ਕਿਉਂਕਿ ਇਤਿਹਾਸ ਅੰਦਰ ਆਉਂਦਾ ਹੈ ਜਦੋਂ ਸਦਨੇ ਨੂੰ ਕਿਹਾ ਤੈਨੂੰ ਬੁਰਜ ਵਿੱਚ ਚੁਣਨਾ ਹੈ, ਤੇ ਕਹਿਣ ਲੱਗਾ ਠੀਕ ਹੈ, ਹੱਸ ਕੇ ਕਹਿ ਦਿੱਤਾ। ਜਦੋਂ ਰਵਿਦਾਸ ਭਗਤ ਨੂੰ ਕਿਹਾ ਕਿ ਤੂੰ ਜ਼ੁਬਾਨ ਤੋਂ ਰਾਮ ਨਹੀਂ ਬੋਲ ਸਕਦਾ, ਤੇਰੀ ਜ਼ੁਬਾਨ ਕੱਟ ਦਿੱਤੀ ਜਾਏਗੀ, ਮੁਸਕਰਾ ਕੇ ਕਹਿਣ ਲੱਗਾ ਠੀਕ ਹੈ। ਜਦੋਂ ਨਾਮਦੇਵ ਜੀ ਨੂੰ ਮੁਸ਼ਕਾਂ ਬਣ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਚੌਂਕ ਦੇ ਵਿੱਚ, ਹਾਥੀ ਦੀ ਸੁੰਡ ਨਾਲ ਤਲਵਾਰ ਬਣ ਕੇ ਥਵਾਣ ਨੂੰ ਕਿਹਾ ਨਾਮਦੇਵ ਦਾ ਟੁਕੜਾ ਟੁਕੜਾ ਕਰ ਦਿਓ, ਇਹ ਨਾਮ ਪ੍ਰਮਾਤਮਾ ਦਾ ਨਾਮ ਲੈਂਦਾ ਹੈ। ਤੇ ਨਾਮਦੇਵ ਹੱਸ ਕੇ ਕਹਿਣ ਲੱਗਾ ਠੀਕ ਹੈ। ਜਦੋਂ ਰਵਿਦਾਸ ਨੂੰ ਜ਼ੁਬਾਨ ਕੱਟਣ ਲਈ ਕਿਹਾ ਤੇ ਨਾਮਦੇਵ ਦੇ ਟੁਕੜੇ ਟੁਕੜੇ ਕਰਨ ਲਈ ਕਿਹਾ, ਤੇ ਕਬੀਰ ਜੀ ਨੂੰ ਪੋਟਲੀ ਬਣ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ। ਭਗਤਾਂ ਨੇ ਇਸ ਦੁੱਖ ਨੂੰ ਦੁੱਖ ਨਹੀਂ ਮੰਨਿਆ। ਕਿਉਂ ਨਹੀਂ ਦੁੱਖ ਨੂੰ ਦੁੱਖ ਮੰਨਿਆ? ਕਿਉਂਕਿ ਪ੍ਰਭੂ ਪਰਮਾਤਮਾ ਦੀ ਭਗਤੀ ਅੰਦਰ ਰੰਗੇ ਹੋਏ ਸਤਿਗੁਰਾਂ ਨੇ ਬਾਣੀ ਅੰਦਰ 487 ਅੰਕ ਤੇ ਆਸਾ ਬਾਣੀ ਭਗਤ ਧੰਨੇ ਜੀ ਕੀ ਦੇ ਸਿਰਲੇਖ ਹੇਠ ਇੱਕ ਪਾਵਨ ਪਵਿੱਤਰ ਸ਼ਬਦ ਭਗਤਾਂ ਦੀ ਬਾਣੀ ਵਿੱਚੋਂ ਲਿਖਿਆ ਹੈ, ਜਿਸ ਸ਼ਬਦ ਦਾ ਸਿਰਲੇਖ ਹੈ ਮਹੱਲਾ ਪੰਜਵਾਂ। ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਇਹ ਬਾਣੀ ਨੂੰ ਲਿਖਿਆ ਹੈ। ਉਹ ਆਓ ਸ਼ਬਦ ਦੇ ਵਿਚਾਰ ਆਪਾਂ ਸਰਵਣ ਕਰੀਏ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਭਗਤ ਨਾਮਦੇਵ ਜੀ ਜਦੋਂ ਪ੍ਰਭੂ ਪਰਮਾਤਮਾ ਗੋਬਿੰਦ ਦੇ ਨਾਲ ਜੁੜਨਾ ਕੀਤਾ, ਭਾਵ ਸੰਗ ਕਰਨਾ ਕੀਤਾ, ਜਿਸ ਮਨੁੱਖ ਨੂੰ ਅੱਧੀ ਦਮੜੀ ਦਾ ਲੋਕ ਕਹਿੰਦੇ ਸੀ, ਤੇ ਉਹ ਮਨੁੱਖ ਜਿਹੜਾ ਜਦੋਂ ਪ੍ਰਮਾਤਮਾ ਦੀ ਬੰਦਗੀ ਕੀਤੀ, ਗੋਬਿੰਦ ਦਾ ਨਾਮ ਲਿਆ, ਤਾਂ ਬਾਣੀ ਅੰਦਰ ਆਉਂਦਾ ਹੈ ਆੜ ਦਾਮ ਕੋ ਸ਼ੀਪਰ ਹੋਇਓ ਲਖੀਨਾ। ਉਹ ਮਨੁੱਖ ਲੱਖਾਂ ਤੋਂ ਇੱਕ ਗਿਣਿਆ ਗਿਆ, ਵੱਧ ਗਿਣਿਆ ਗਿਆ। ਅੱਗੇ ਰਹਾਉ ਵਿਸਰਾਮ ਦੇ ਕੇ ਫਿਰ ਬਾਣੀ ਦੇ ਅੰਦਰ ਵਰਣਨ ਆਉਂਦਾ ਹੈ ਭਗਤ ਕਬੀਰ ਜੀ ਦਾ ਜੀਵਨ। ਸੰਖੇਪ ਸ਼ਬਦਾਂ ਵਿੱਚ ਆਪਾਂ ਇਹਨਾਂ ਭਗਤਾਂ ਦੀ ਗੱਲ ਕਰਨੀ ਹੈ। ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਧੰਨਾ ਜੀ,
ਇਹਨਾਂ ਭਗਤਾਂ ਦੀ ਗੱਲ ਸੰਖੇਪ ਸ਼ਬਦਾਂ ਵਿੱਚ ਕਰਨੀ ਹੈ। ਜਦੋਂ ਅੱਗੇ ਵਰਣਨ ਕੀਤਾ, ਬੋਲਣਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗਣੀ ਯੁਗ ਹੀਰਾ। ਭਗਤ ਕਬੀਰ ਜੀ ਜੁਲਾਹਾ ਜਾਤੀ ਨਾਲ ਸੰਬੰਧ ਰੱਖਣ ਵਾਲੇ, ਜੀਭਾਂ ਤੋਂ ਪ੍ਰਭੂ ਪਰਮਾਤਮਾ ਦੀ ਭਗਤੀ ਰਾਮ ਰਾਮ ਸਿਮਰਨ ਕਰਨ ਵਾਲੇ, ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗੇ ਤਾਂ ਬਾਣੀ ਅੰਦਰ ਆਉਂਦਾ ਹੈ, ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਪਿਤਾ ਪੁਰਖੀ ਕੰਮ ਸੀ ਖੱਡੀ ਉਲਣੀ, ਉਸ ਕੰਮ ਨੂੰ ਛੱਡ ਦਿੱਤਾ ਤੇ ਆਪ ਪ੍ਰਭੂ ਪਰਮਾਤਮਾ ਦੀ ਰਾਮ ਰਾਮ ਨਾਲ ਜੁੜਨਾ ਕੀਤਾ। ਜਦੋਂ ਰਾਮ ਦੇ ਨਾਲ ਜੁੜੇ, ਗੁਰਬਾਣੀ ਅੰਦਰ ਆਉਂਦਾ, ਨੀਚ ਕੁਲਾ ਜੋ ਲਾਹਰਾ ਭਇਓ ਗਣੀ ਗਹੀਰਾ। ਜਿਹਨੂੰ ਲੋਕ ਨੀਚ ਕੁਲ ਦਾ ਕਹਿੰਦੇ ਸੀ, ਉਹ ਕਬੀਰ ਜੀ ਪ੍ਰਭੂ ਪਰਮਾਤਮਾ ਦੀ ਭਗਤੀ ਕਰਕੇ ਉੱਤਮ ਪਦਵੀ ਪ੍ਰਾਪਤ ਕੀਤੀ। ਤਾਂ ਅੱਗੇ ਬਚਨ ਆਉਂਦਾ ਹੈ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਭਗਤ ਜਿਨ੍ਹਾਂ ਦਾ ਜੀਵਨ ਪੜ੍ਹੀਏ ਚਮਿਆਰ ਜਾਤੀ ਨਾਲ ਸੰਬੰਧ ਸੀ, ਪਰ ਜਦੋਂ ਪ੍ਰਭੂ ਪਰਮਾਤਮਾ ਦੀ ਭਗਤੀ ਕੀਤੀ, ਕਿਉਂਕਿ ਜੀਵਨ ਦੇ ਅੰਦਰ ਪਿਤਾ ਪੁਰਖੀ ਜਿਹੜਾ ਕੰਮ ਸੀ ਉਹ ਕਰਦੇ ਪਰਮਾਤਮਾ ਦੀ ਭਗਤੀ ਵੱਲ ਜਦੋਂ ਜੁੜੇ, ਸਾਧ ਸੰਗਤ ਵਿੱਚ ਬੈਠ ਕਰਕੇ ਹਰੀ ਪਰਮਾਤਮਾ ਦੇ ਦਰਸ਼ਨ ਪਾਉਣਾ ਕੀਤਾ, ਤਾਂ ਸਾਹਿਬ ਕਹਿੰਦੇ ਨੇ, ਹਰ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹਰੀ ਦਰਸ਼ਨਾਂ ਦੀ ਪ੍ਰਾਪਤੀ ਹੋਈ। ਅੱਗੇ ਗੱਲ ਹੈ ਸੈਣ ਭਗਤ ਦੀ। ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਸੈਣ ਨਾਈ ਪੁਰਾਤਨ ਸਮੇਂ ਦੇ ਅੰਦਰ ਨਾਈਆਂ ਦਾ ਕੰਮ ਜਿਹੜਾ ਸੀ, ਜਾਮਤ ਕਰਨੀ ਤੇ ਫੋੜੇ ਫਰਮਣੀ ਆਦਿਕ ਤੇ ਮਲਮ ਪੱਟੀ ਕਰਨੀ। ਸੈਣ ਨਾਈ ਰਾਜੇ ਦੇ ਘਰ ਮਲਮ ਪੱਟੀ ਕਰਨ ਵਾਸਤੇ ਜਾਂਦਾ ਸੀ। ਇੱਕ ਦਿਨ ਘਰ ਵਿੱਚ ਸੰਤ ਮੰਡਲੀ ਆਈ, ਪਿਆਰ ਵਾਲੇ ਜਣ ਆਏ। ਸ਼ਾਮਾਂ ਦੇ ਟਾਈਮ ਬੈਠ ਕਰਕੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਲੱਗੇ। ਭਗਤੀ ਕਰਦਿਆਂ ਹੋਇਆਂ, ਵਿਚਾਰਾਂ ਕਰਦਿਆਂ ਹੋਇਆਂ ਸਾਰੀ ਰਾਤ ਬਤੀਤ ਹੋ ਗਈ। ਜਦੋਂ ਦਿਨ ਚੜਿਆ ਤਾਂ ਉਧਰੋਂ ਮਨ ਦੀ ਇਕਾਗਰਤਾ ਟੁੱਟੀ ਤੇ ਮਨ ਵਿੱਚ ਵਿਚਾਰ ਆਈ, ਰਾਤ ਮੈਂ ਰਾਜੇ ਦੀ ਖਿਦਮਤ ਕਰਨ ਵਾਸਤੇ ਨਹੀਂ ਗਿਆ, ਹੁਣ ਰਾਜਾ ਮੈਨੂੰ ਦੰਡ ਦੇਵੇਗਾ। ਜਦੋਂ ਸੈਣ ਨਾਈ ਆਪਣੇ ਘਰ ਤੋਂ ਰਾਜੇ ਦੇ ਘਰ ਪਹੁੰਚਿਆ, ਅੱਗੋਂ ਰਾਜਾ ਵੇਖ ਕੇ ਹੱਸਣ ਲੱਗਾ। ਸੈਣ ਆਓ ਜੀ ਆਇਆਂ ਨੂੰ। ਸੈਣ ਨੇ ਹੱਥ ਜੋੜੇ ਨਮਸਕਾਰ ਕੀਤੀ, ਕਹਿਣ ਲੱਗਾ, ਰਾਜਨ ਮੈਂ ਆਪ ਤੋਂ ਖਿਮਾ ਮਚਾਉਂਦਾ ਹਾਂ ਕਿ ਰਾਤ ਮੈਂ ਆਪ ਦੇ ਖਿਦਮਤ ਕਰਨ ਵਾਸਤੇ ਨਹੀਂ ਆ ਸਕਿਆ। ਪਰ ਰਾਜਾ ਕਹਿਣ ਲੱਗਾ, ਸੈਣ ਜਿਹੜੀ ਪੱਟੀ ਤੋਂ ਰਾਤ ਕੀਤੀ, ਖਿਦਮਤ ਰਾਤ ਕੀਤੀ ਹੈ, ਉਸ ਦੇ ਨਾਲ ਸਾਰੀ ਰਾਤ ਮੈਨੂੰ ਬੜਾ ਆਰਾਮ ਆਇਆ ਹੈ। ਸ਼ਾਇਦ ਇਸ ਤੋਂ ਅੱਗੇ ਹੋਰ ਖਿਦਮਤ ਕਰਨ ਦੀ ਲੋੜ ਵੀ ਨਹੀਂ। ਸੈਣ ਕਹਿਣ ਲੱਗਾ, ਮੈਂ ਨਹੀਂ ਆਇਆ, ਪਰ ਰਾਜਾ ਕਹਿੰਦਾ ਤੂੰ ਆਇਆ ਹੈ। ਸੈਣ ਦੇ ਮਨ ਵਿੱਚ ਆਇਆ ਕਿ ਜਿਸ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ ਸਾਂ, ਉਹ ਪਰਮਾਤਮਾ ਨੇ ਮੇਰਾ ਰੂਪ ਧਾਰਨ ਕਰਕੇ ਸ਼ਾਇਦ ਰਾਜੇ ਦੀ ਖਿਦਮਤ ਕਰਨ ਵਾਸਤੇ ਆਇਆ ਹੈ। ਤੇ ਕਹਿਣ ਲੱਗਾ, ਰਾਜਨ ਅੱਜ ਤੋਂ ਬਾਅਦ ਤੇਰੇ ਘਰ ਮੈਂ ਨਹੀਂ ਆਵਾਂਗਾ, ਕਿਉਂਕਿ ਮੇਰੇ ਨਾ ਆਉਣ ਦੇ ਕਾਰਨ ਉਹ ਪਰਮਾਤਮਾ ਨੂੰ ਤੇਰੀ ਖਿਦਮਤ ਕਰਨੀ ਪਈ। ਇੱਥੇ ਬਾਣੀ ਵਿੱਚ ਆਉਂਦਾ ਹੈ, ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਉਹ ਸੈਣ ਨਾਈ ਜਦੋਂ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਪਾਰ ਬ੍ਰਹਮ ਕਾਲ ਪੁਰਖ ਵਾਹਿਗੁਰੂ ਵਸ ਗਿਆ, ਤਾਂ ਉਹ ਭਗਤਾਂ ਦੀ ਗਿਣਤੀ ਵਿੱਚ ਆ ਗਿਆ। ਜਦੋਂ ਗੁਰੂ ਪਿਆਰਿਓ ਨਾਮਦੇਵ ਦਾ ਜੀਵਨ, ਕਬੀਰ ਦਾ ਜੀਵਨ, ਰਵਿਦਾਸ ਦਾ ਜੀਵਨ, ਸੈਣ ਦਾ ਜੀਵਨ ਭਗਤ ਧੰਨੇ ਨੇ ਪੜ੍ਹਿਆ
ਧੰਨੇ ਨੇ ਵੇਖਿਆ ਕਿ ਇਹ ਮਨੁੱਖ ਜਿਹੜੇ ਨੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਕੇ ਇੱਥੇ ਪਹੁੰਚੇ ਨੇ, ਤੇ ਜਦੋਂ ਉਹਨਾਂ ਦਾ ਜੀਵਨ, ਕਿਉਂਕਿ ਕੁਦਰਤੀ ਗੱਲ ਹੈ, ਚੰਗੇ ਬੰਦੇ ਦਾ ਜੀਵਨ ਪੜ੍ਹਨ ਦੇ ਨਾਲ ਮਨੁੱਖ ਚੰਗਾ ਬਣ ਜਾਂਦਾ ਹੈ। ਚੰਗੇ ਬੰਦੇ ਦੀ ਸੰਗਤ ਕਰਨ ਦੇ ਨਾਲ ਬੰਦਾ ਚੰਗਾ ਬਣ ਜਾਂਦਾ ਹੈ। ਗੁਰਬਾਣੀ ਵਿੱਚ ਆਉਂਦਾ ਹੈ, ਇਹ ਬਿਦ ਸੁਣ ਕੈ ਜਾਟਰ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਭਗਤ ਧੰਨਾ ਜੀ ਇੱਕ ਜ਼ਿਮੀਂਦਾਰ ਖੇਤੀ ਦਾ ਕੰਮ ਕਰਨ ਵਾਲੇ ਸਨ, ਪਰ ਜਦੋਂ ਉਹਨਾਂ ਨੇ ਇਹਨਾਂ ਦਾ ਜੀਵਨ ਪੜ੍ਹਿਆ ਤੇ ਜੀਵਨ ਪੜ੍ਹ ਕੇ ਮਨ ਵਿੱਚ ਵਿਚਾਰ ਆਈ ਕਿ ਮਨਾ, ਜਿਸ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਇਹ ਭਗਤ ਬਣ ਸਕਦੇ ਨੇ ਭਗਤੀ ਕਰਕੇ, ਤੇ ਤੂੰ ਕਿਉਂ ਨਹੀਂ? ਇਹ ਗਊਆਂ ਚਾਰਦਾ ਤਰਲੋਚਨ ਪੰਡਤ ਦੇ ਕੋਲ ਗਿਆ। ਤਰਲੋਚਨ ਪੰਡਤ ਦੇ ਨਾਲ ਉਸ ਨੂੰ ਬਚਨ ਕੀਤਾ, ਪੰਡਤ ਜੀ ਇੱਕ ਠਾਕੁਰ ਮੈਨੂੰ ਦੇ ਦਿਓ। ਭਗਤ ਤਰਲੋਚਨ ਨੇ ਧੰਨੇ ਨੂੰ ਕਿਹਾ ਕਿ ਤੇਰੇ ਤੋਂ ਇਸ ਠਾਕੁਰ ਦੀ ਸੇਵਾ ਨਹੀਂ ਹੋਣੀ। ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਬਹੁਤ ਸੇਵਾ ਕਰਾਂਗਾ, ਮੇਰੇ ਮਨ ਹਿਰਦੇ ਵਿੱਚ ਭਾਵਨਾ ਹੈ। ਤਰਲੋਚਨ ਪੰਡਤ ਨੇ ਕਿਹਾ, ਇਸ ਤਰ੍ਹਾਂ ਕਰ, ਇੱਕ ਗਊ ਲਵੇਰੀ ਮੈਨੂੰ ਦੇ ਦੇ, ਇੱਕ ਠਾਕੁਰ ਮੈਂ ਤੈਨੂੰ ਦੇ ਦੇਣਾ ਹਾਂ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ, ਧੰਨੇ ਭਗਤ ਨੇ ਤਰਲੋਚਨ ਦੇ ਨਾਲ ਇਸ ਗੱਲ ਦਾ ਸੌਦਾ ਕਰ ਲਿਆ। ਧੰਨੇ ਨੇ ਗਊ ਤਰਲੋਚਨ ਨੂੰ ਦੇ ਦਿੱਤੀ ਅਤੇ ਉਸ ਦੇ ਕੋਲੋਂ ਇੱਕ ਠਾਕੁਰ ਲੈ ਲਿਆ। ਉਸ ਤਰਲੋਚਨ ਪੰਡਤ ਨੇ ਬਹੁਤ ਭਾਰਾ ਪੱਥਰ ਦਾ ਇਤਿਹਾਸ ਲਿਖਦਾ ਹੈ, ਧੰਨੇ ਨੂੰ ਚੁਕਾ ਦਿੱਤਾ। ਧੰਨਾ ਉਸ ਪੱਥਰ ਨੂੰ ਲੈ ਕੇ ਆਪਣੇ ਘਰ ਵਿੱਚ ਆਇਆ, ਬੜੇ ਸਤਿਕਾਰ ਦੇ ਨਾਲ ਮੰਜਾ ਵਿਛਾਇਆ, ਵਿਛਾਈ ਕਰਕੇ ਉੱਪਰ ਉਸ ਪੱਥਰ ਨੂੰ ਰੱਖਿਆ। ਪੱਥਰ ਨੂੰ ਰੱਖ ਕੇ ਸੇਵਾ ਕਰਨੀ ਆਰੰਭ ਕੀਤੀ। ਸ਼ਾਮਾਂ ਦਾ ਟਾਈਮ ਹੋਇਆ, ਜੋ ਭੋਜਨ ਤਿਆਰ ਕੀਤਾ ਗਿਆ, ਭੋਜਨ ਤਿਆਰ ਕਰਕੇ ਥਾਲ ਪਰੋਸ ਕੇ ਉਸ ਠਾਕੁਰ ਦੇ ਅੱਗੇ ਲਿਆ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਇਹ ਠਾਕੁਰ, ਇਹ ਮੇਰਾ ਭੋਜਨ ਜਿਹੜਾ ਹੈ ਪ੍ਰਵਾਨ ਕਰੋ। ਪਰ ਅਰਦਾਸਾਂ ਕਰਦਿਆਂ ਕੋਈ ਗੱਲ ਨਾ ਬਣਦੀ ਦਿਸੀ, ਕਿਉਂਕਿ ਭਗਤ ਧੰਨਾ ਜੀ ਸੱਚੇ ਮਨ ਦੇ ਨਾਲ ਠਾਕੁਰ ਨੂੰ ਯਾਦ ਕਰ ਰਹੇ ਸਨ, ਤਾਂ ਮਨ ਦੀ ਇਕਾਗਰਤਾ ਐਸੀ ਬਣੀ ਕਿ ਕਈ ਤਰ੍ਹਾਂ ਦੇ ਇਤਿਹਾਸ ਵਿੱਚ ਲਿਖਿਆ ਹੈ, ਮਨ ਹਿਰਦੇ ਦੇ ਅੰਦਰ ਧੰਨਾ ਜੀ ਠਾਕੁਰ ਨੂੰ ਉਲਾਮੇ ਵੀ ਦਿੰਦਾ ਹੈ ਕਿ ਤੂੰ ਤਾਂ ਨਹੀਂ ਛਕ ਰਿਹਾ ਕਿਉਂਕਿ ਤੂੰ ਪੰਡਤ ਕੋਲੋਂ ਚੰਗੇ ਪਦਾਰਥ ਖਾਂਦਾ ਰਿਹਾ ਹੈ, ਅੱਜ ਗਰੀਬ ਜ਼ਿਮੀਂਦਾਰ ਦੇ ਘਰ ਪਹੁੰਚਿਆ ਹੈ, ਇਹਨੂੰ ਭੋਗ ਨਹੀਂ ਲਾ ਰਿਹਾ। ਖੈਰ, ਇਤਿਹਾਸ ਅੰਦਰ ਆਉਂਦਾ ਹੈ, ਉਸ ਧੰਨੇ ਦੀ ਇਕਾਗਰਤਾ ਵੇਖ ਕੇ ਉਸ ਪੱਥਰ ਦੇ ਵਿੱਚੋਂ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਇਆ। ਗੁਰਬਾਣੀ ਅੰਦਰ ਸ਼ਬਦ ਆਉਂਦਾ ਹੈ, ਇਹ ਬਿਦ ਸੁਣ ਕੈ ਜਟ ਰੂ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਜਦੋਂ ਉਹ ਗੁਸਾਈ ਪ੍ਰਭੂ ਪਰਮਾਤਮਾ ਪ੍ਰਤੱਖ ਦਰਸ਼ਨ ਹੋਏ ਤਾਂ ਧੰਨਾ ਗਦਗਦ ਹੋਇਆ। ਕਹਿਣ ਲੱਗਾ, ਧੰਨਿਆ ਦੱਸ ਕੀ ਕਰਨਾ ਹੈ? ਕਹਿਣ ਲੱਗਾ, ਮਹਾਰਾਜ ਬਸ ਜ਼ਿਮੀਂਦਾਰ ਦਾ ਕੰਮ ਹੈ, ਖੂਬ ਆਉਣਾ ਤੇ ਖੇਤਾਂ ਨੂੰ ਪਾਣੀ ਲਾਉਣਾ, ਗਊਆਂ ਮੱਝਾਂ ਚਾਰਨੀਆਂ। ਕਹਿਣ ਲੱਗਾ, ਧੰਨਿਆ ਤੂੰ ਮੈਨੂੰ ਸੱਚੇ ਹਿਰਦੇ ਦੇ ਨਾਲ ਯਾਦ ਕੀਤਾ ਹੈ, ਤੇਰੇ ਸਾਰੇ ਕੰਮ ਮੈਂ ਕਰਾਂਗਾ। ਗੁਰੂ ਪਿਆਰਿਓ, ਜਦੋਂ ਠਾਕੁਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਦੇ ਕਾਰਜ ਕਰਨ ਲੱਗਾ, ਉਸ ਵਕਤ ਧੰਨਾ ਜਾ ਕੇ ਤਰਲੋਚਨ ਪੰਡਤ ਕੋਲ ਪਰਮਾਤਮਾ ਦੀ ਸਿਫਤ ਕਰਦਾ ਹੈ। ਕਹਿਣ ਲੱਗਾ ਤਰਲੋਚਨ ਪੰਡਤ ਨੂੰ, ਪੰਡਤ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ, ਜੋ ਤੂੰ ਮੈਨੂੰ ਠਾਕੁਰ ਦਿੱਤਾ ਹੈ, ਬੜੇ ਕੰਮ ਕਰਦਾ ਹੈ, ਗਊਆਂ ਚਰਾਉਂਦਾ ਹੈ ਅਤੇ ਖੇਤਾਂ ਨੂੰ ਪਾਣੀ ਲਾਉਂਦਾ, ਕਿਆਰੇ ਮੋੜਦਾ ਹੈ। ਜਦੋਂ ਤਰਲੋਚਨ ਨੇ ਧੰਨੇ ਕੋਲੋਂ ਸਿਫਤ ਸੁਣੀ, ਕਹਿਣ ਲੱਗਾ, ਧੰਨਿਆ ਚੱਲ ਮੈਨੂੰ ਵੀ ਵਿਖਾ। ਇਤਿਹਾਸ ਲਿਖਦਾ ਹੈ, ਭਗਤਮਾਲਾ ਗ੍ਰੰਥ ਵਿੱਚ ਸਾਖੀ ਆਉਂਦੀ ਹੈ ਕਿ ਤਰਲੋਚਨ ਪੰਡਤ ਧੰਨੇ ਦੇ ਨਾਲ ਗਿਆ ਤੇ ਧੰਨਾ ਲੰਮੀ ਉਂਗਲ ਕਰਕੇ ਹੱਥ ਕਰਕੇ ਕਹਿੰਦਾ, ਉਹ ਦੇਖ ਕਿਆਰੇ ਮੋੜ ਰਿਹਾ ਹੈ, ਉਹ ਦੇਖ ਖੂਹ ਵਾਹ ਰਿਹਾ ਹੈ। ਤੇ ਭਗਤ ਧੰਨਾ ਦੱਸਦਾ ਹੈ, ਪਰ ਤਰਲੋਚਨ ਨੂੰ ਕੋਈ ਨਜ਼ਰ ਨਹੀਂ ਆਉਂਦਾ। ਤਾਂ ਜਦੋਂ ਤਰਲੋਚਨ ਨੂੰ ਕੋਈ ਨਜ਼ਰ ਨਾ ਆਇਆ,
ਉਦੋਂ ਧੰਨੇ ਨੇ ਬੇਨਤੀ ਕੀਤੀ, ਮਹਾਰਾਜ ਇਸ ਪੰਡਤ ਨੂੰ ਵੀ ਦਰਸ਼ਨ ਦਿਓ, ਕਿਉਂਕਿ ਇਹਨਾਂ ਦੇ ਜ਼ਰੀਏ ਹੀ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ। ਤਾਂ ਉਸ ਵਕਤ ਠਾਕੁਰ ਪ੍ਰਭੂ ਪਰਮਾਤਮਾ ਅਕਾਲ ਪੁਰਖ ਵੈ ਕਹਿਣ ਲੱਗੇ, ਧੰਨਿਆ ਤੇਰੇ ਨਾਲ ਇਸਨੇ ਠੱਗੀ ਕੀਤੀ, ਇਸ ਨੂੰ ਦਰਸ਼ਨ ਨਹੀਂ ਦੇਣੇ। ਪਰ ਜਦੋਂ ਧੰਨੇ ਨੇ ਦੂਸਰੀ ਵਾਰ ਹੱਠ ਕੀਤਾ, ਮਹਾਰਾਜ ਇਹਨਾਂ ਦੇ ਜ਼ਰੀਏ ਤੁਹਾਡੇ ਦਰਸ਼ਨ ਹੋਏ ਨੇ, ਤਾਂ ਤਦੋਂ ਧੰਨੇ ਨੇ ਦੇ ਜ਼ਰੀਏ ਤਰਲੋਚਨ ਨੂੰ ਦਰਸ਼ਨ ਪ੍ਰਤੱਖ ਦਰਸ਼ਨ ਹੋਏ। ਜਦੋਂ ਪ੍ਰਤੱਖ ਦਰਸ਼ਨ ਹੋਏ, ਉਹ ਤਰਲੋਚਨ ਪੰਡਤ ਜਿਹੜਾ ਸੀ ਤਰਲੋਚਨ ਭਗਤ ਬਣ ਗਿਆ। ਜਦੋਂ ਤਰਲੋਚਨ ਭਗਤ ਬਣਿਆ ਤਾਂ ਉਦੋਂ ਉਹਨਾਂ ਨੇ ਵੀ ਕੁਝ ਬਾਣੀ ਦਾ ਉਚਾਰਨ ਕਰਨਾ ਕੀਤਾ। ਇਤਿਹਾਸ ਅੰਦਰ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਉਸ ਤਰਲੋਚਨ ਦੇ ਵੀ ਜਿਹੜੇ 2 ਸ਼ਬਦ ਨੇ, ਪਾਵਨ ਪਵਿੱਤਰ ਅੰਗ 525 ਅੰਕ ਤੇ ਰਾਗ ਗੋਜਰੀ ਅੰਦਰ ਇਸ ਸਰਲੇਖ ਹੇਠ ਭਗਤ ਤਰਲੋਚਨ ਜੀ ਦੇ ਬਚਨ ਹਨ। ਗੋਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੇ ਕਮਲ ਕਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ। ਇਸ ਤਰੀਕੇ ਨਾਲ 2 ਸ਼ਬਦ ਤਰਲੋਚਨ ਭਗਤ ਦੇ ਜਿਹੜੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੋਏ। ਗੁਰੂ ਪਿਆਰਿਓ, ਜਦੋਂ ਭਗਤ ਧੰਨੇ ਦਾ ਇਹਨਾਂ ਮਹਾਨ ਪੁਰਸ਼ਾਂ ਦਾ ਜੀਵਨ ਪੜਿਆ ਵੇਖਿਆ ਤਾਂ ਉੱਥੋਂ ਇਹਨਾਂ ਨੂੰ ਇਹ ਲਿਵ ਲੱਗੇ। ਇਸ ਵਾਸਤੇ ਧੰਨੇ ਨੇ ਇਹਨਾਂ ਦੇ ਜੀਵਨ ਨੂੰ ਪੜ੍ਹ ਕੇ ਸੁਣ ਕੇ ਪਰਮਾਤਮਾ ਦੀ ਭਗਤੀ ਕਰਨਾ ਕੀਤੀ। ਜਦੋਂ ਪਰਮਾਤਮਾ ਦੀ ਭਗਤੀ ਪ੍ਰਤੱਖ ਦਰਸ਼ਨ ਹੋਏ, ਉਦੋਂ ਭਗਤ ਧੰਨੇ ਜੀ ਨੇ ਵੀ ਕਹਿ ਦਿੱਤਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੈ ਕਾਜ ਸਵਾਰਤਾ। ਉਦੋਂ ਭਗਤ ਧੰਨੇ ਨੇ ਵੀ ਕਹਿ ਦਿੱਤਾ, ਹੈ ਕਾਲ ਪੁਰਖ ਵਾਹਿਗੁਰੂ, ਜਿਹੜਾ ਤੇਰੀ ਆਰਤੀ ਭਾਵ ਤੇਰੇ ਨਾਲ ਜੁੜਨਾ ਕਰਦਾ ਹੈ, ਉਹਨਾਂ ਦੇ ਤੂੰ ਕਾਰਜਾਂ ਵਿੱਚ ਆਪ ਕਾਰਜ ਸਫਲ ਕਰਦਾ ਹੈ। ਸੋ ਗੁਰੂ ਪਿਆਰਿਓ, ਆਪ ਜੀ ਨੇ ਅੱਜ ਦੇ ਹੁਕਮ ਗੁਰੂ ਵਿਚਾਰ ਸਰਵਣ ਕੀਤੇ। ਭਗਤਾਂ ਦੇ ਜੀਵਨ ਵਿੱਚੋਂ ਸੰਖੇਪ ਸ਼ਬਦਾਂ ਦੇ ਰਾਹੀਂ ਗੁਰੂ ਸ਼ਬਦ ਵਿਚਾਰ ਕੀਤੇ। ਆਓ ਜਿਤਨੇ ਵੀ ਸੰਗਤ ਸਰਵਣ ਕਰ ਰਹੇ ਹੋ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ। ਆਓ ਸਾਰੀ ਸੰਗਤ ਫਤਿਹ ਸਾਂਝੀ ਕਰੀਏ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।